ਹਾਂਜੀ ਦੋਸਤੋ, ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਹੈ ਜੀ। ਜੀਕੇ ਦੇ ਨਾਲ ਸੰਬੰਧਿਤ ਲੈ ਕੇ ਆਏ ਹਾਂ ਵੈਰੀ ਇੰਪੋਰਟੈਂਟ ਵਨ ਲਾਈਨਰ ਪ੍ਰਸ਼ਨ ਨੇ। ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੋਣਗੇ। ਤੁਹਾਡੇ ਸਿਲੇਬਸ ਦੇ ਮੁਤਾਬਕ ਜੀਕੇ ਦੇ ਵਨ ਲਾਈਨਰ ਪ੍ਰਸ਼ਨ ਆਪਾਂ ਲੰਬੇ ਸਮੇਂ ਤੋਂ ਕਰਵਾ ਰਹੇ ਹਾਂ। 1500 ਪ੍ਰਸ਼ਨ ਕਰਵਾਉਣ ਦਾ ਆਪਣਾ ਟੀਚਾ ਹੈਗਾ। ਸੋ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਜੀਕੇ ਦੇ ਨਾਲ ਸੰਬੰਧਿਤ ਹੈ। ਵੈਰੀ ਇੰਪੋਰਟੈਂਟ ਪ੍ਰਸ਼ਨ ਵਨ ਲਾਈਨਰ ਰੂਪ ਦੇ ਵਿੱਚ ਲੈ ਕੇ ਆਉਣੇ ਆ ਤਾਂ ਜੋ ਤੁਹਾਡਾ ਸਮਾਂ ਘੱਟ ਖਰਾਬ ਹੋਵੇ, ਜਲਦੀ ਤੁਹਾਡੇ ਜ਼ਿਆਦਾ ਪ੍ਰਸ਼ਨ ਕਵਰ ਹੋ ਜਾਣ, ਤੁਹਾਡੀ ਰਿਵੀਜ਼ਨ ਵੀ ਹੋ ਜੇ। ਸੋ ਜਿਸ ਕਾਲ ਵਿੱਚ ਮਨੁੱਖ ਨੇ ਆਪਣੀ ਲੋੜ ਮੁਤਾਬਕ ਕਲਾਤਮਕ ਸੰਦ ਬਣਾਉਣੇ ਸ਼ੁਰੂ ਕੀਤੇ, ਕਿਹੜਾ ਯੁੱਗ ਸੀ? ਸੰਦ ਪੜ੍ਹਨਾ ਜੀ ਸੰਸਦ ਨਹੀਂ ਹੈਗਾ। ਕਿਹੜਾ ਯੁੱਗ ਅਜਿਹਾ ਸੀ, ਕਿਹੜਾ ਸਮਾਂ ਸੀ ਜਦੋਂ ਮਨੁੱਖ ਨੇ ਆਪਣੀ ਲੋੜ ਦੇ ਮੁਤਾਬਕ, ਜਦੋਂ ਉਹਨੂੰ ਜਿਹੜੀ ਲੋੜ ਮਹਿਸੂਸ ਹੋਈ ਉਸ ਲੋੜ ਦੇ ਮੁਤਾਬਕ ਕਲਾਤਮਕ ਮੌਕੇ ਦੇ ਅਨੁਸਾਰ ਨਵੀਨ ਮਤਲਬ ਨਵੇਂ ਸੰਦ ਬਣਾਏ। ਉਹ ਕਿਹੜਾ ਯੁੱਗ ਸੀ? ਉਹ ਸੀ ਨਵੀਨ ਪੱਥਰ ਯੁੱਗ। ਜੇਕਰ ਇਹ ਕਈ ਵਾਰ ਸਾਨੂੰ ਐਂ ਲੱਗਦਾ ਹੈ ਵੀ ਇਹ ਅਲੱਗ-ਅਲੱਗ ਯੁੱਗਾਂ ਦੀ ਗੱਲ ਹੁੰਦੀ ਹੈ, ਤਾਂ ਜਿੱਥੇ ਕਲਾਤਮਕ ਦੀ ਗੱਲ ਆ ਜਾਂਦੀ ਹੈ ਨਾ, ਨਵੀਂ ਚੀਜ਼ ਪੈਦਾ ਕਰਨ ਦੀ ਆ ਜਾਂਦੀ ਹੈ, ਉਹ ਨਵੀਨ ਪੱਥਰ ਯੁੱਗ ਦੇ ਵਿੱਚ ਹੀ ਆਉਂਦਾ ਜੀ। ਸੋ ਅਗਲਾ ਪ੍ਰਸ਼ਨ ਦੇਖਦੇ ਹਾਂ। ਤਾਂਬੇ ਅਤੇ ਟਿਨ ਨੂੰ ਮਿਲਾ ਕੇ ਕਿਸ ਦੀ ਖੋਜ ਕੀਤੀ ਗਈ? ਕਾਂਸੇ ਦੀ ਖੋਜ ਕੀਤੀ ਗਈ ਜੀ। ਤਾਂਬੇ ਦੇ ਵਿੱਚ ਜਦੋਂ ਟਿਨ ਨੂੰ ਮਿਲਾ ਲੈਂਦੇ ਆ ਤਾਂ ਜਿਹੜਾ ਪੈਦਾ ਹੁੰਦੀ ਹੈ ਧਾਤ, ਉਹ ਕਾਂਸਾ ਪੈਦਾ ਹੁੰਦਾ ਜੀ। ਜਿਹੜੀ ਆਪਣੀ ਹੈਗੀ ਸੀਗੀ ਸਿੰਧੂ ਘਾਟੀ ਸੱਭਿਅਤਾ ਜਾਂ ਹੜੱਪਾ ਸੱਭਿਅਤਾ, ਉਹਨੂੰ ਕਾਂਸਾ ਸੱਭਿਅਤਾ ਵੀ ਕਿਹਾ ਜਾਂਦਾ ਸੀ, ਕਿਉਂਕਿ ਉਸ ਸੱਭਿਅਤਾ ਦੇ ਲੋਕਾਂ ਨੇ ਤਾਂਬੇ ਅਤੇ ਟਿਨ ਨੂੰ ਮਿਲਾ ਕੇ ਕਾਂਸੇ ਦਾ ਜਿਹੜਾ ਹੈ ਮਿਸ਼ਰਣ ਤਿਆਰ ਕਰ ਲਿਆ ਸੀ। 3 ਨੰਬਰ ਜੀ, ਮਿਸਰ ਦੇ ਲੋਕ ਮੁਰਦਿਆਂ ਦੇ ਸਰੀਰ ਨੂੰ ਇੱਕ ਵਿਸ਼ੇਸ਼ ਪ੍ਰਕਾਰ ਦਾ ਮਸਾਲਾ ਲਗਾ ਕੇ ਸੁਰੱਖਿਅਤ ਰੱਖਦੇ ਸਨ। ਉਸ ਨੂੰ ਕਹਿੰਦੇ ਸਨ, ਮੰਮੀ ਕਹਿੰਦੇ ਸੀ ਜੀ ਉਹਨੂੰ। ਆਪਾਂ ਅੱਜ ਕੱਲ੍ਹ ਫਿਲਮਾਂ ਵਗੈਰਾ ਦੇ ਵਿੱਚ ਇਹ ਗੱਲ ਦੇਖ ਸਕਦੇ ਹਾਂ। ਮਿਸਰ ਦੇ ਲੋਕ ਸੀ, ਇਹ ਗੱਲ ਯਾਦ ਰੱਖਣਾ। ਕਈ ਵਾਰ ਪ੍ਰਸ਼ਨ ਇੱਥੋਂ ਆ ਜਾਂਦਾ ਹੈ ਵੀ ਜਿਹੜੀ ਮੰਮੀ ਬਣਾ ਕੇ ਰੱਖਣ ਦਾ ਜਿਹੜਾ ਮੁਰਦਿਆਂ ਨੂੰ ਰੀਤੀ ਰਿਵਾਜ ਸੀ, ਉਹ ਕਿਹੜੇ ਲੋਕਾਂ ਦਾ ਸੀ? ਮਿਸਰ ਦੇ ਲੋਕਾਂ ਦਾ ਰੀਤੀ ਰਿਵਾਜ ਸੀ ਜੀ ਇਹ। 4 ਨੰਬਰ ਦੇਖਦੇ ਹਾਂ। ਚੀਨ ਵਿਸ਼ਾਲ ਕੰਧ ਨੂੰ ਬਣਾਉਣ ਲਈ ਕਿੰਨਾ ਸਮਾਂ ਲੱਗਾ? ਸੋ ਚੀਨ ਦੇ ਵਿੱਚ ਇੱਕ ਵਿਸ਼ਾਲ ਕੰਧ ਬਣੀ ਹੋਈ ਹੈ, ਦੁਨੀਆ ਦੀ ਸਭ ਤੋਂ ਵੱਡੀ ਉੱਚੀ ਕੰਧ ਬਣੀ ਹੋਈ ਹੈ। ਉਹਨੂੰ ਬਣਾਉਣ ਦਾ ਕਿੰਨਾ ਸਮਾਂ ਲੱਗਿਆ? 10 ਸਾਲ ਦੇ ਵਿੱਚ ਉਹ ਬਣੀ ਸੀ ਜੀ। ਚੀਨ ਦੀ ਸੱਭਿਅਤਾ ਦਾ ਵਿਕਾਸ ਮੁੱਖ ਰੂਪ ਵਿੱਚ ਕਿਸ ਨਦੀ ਦੇ ਖੇਤਰ ਵਿੱਚ ਹੋਇਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਚੀਨ ਦੀ ਸੱਭਿਅਤਾ ਦਾ ਵਿਕਾਸ ਪੁੱਛਿਆ ਗਿਆ। ਹਵਾਓਂਗੋ ਨਦੀ ਸੀਗੀ, ਹਵਾਓਂਗੋ ਨਦੀ। ਇਹਦੇ ਰੂਪ ਵਿੱਚ ਇਹ ਕਿਸ ਨਦੀ ਦੇ ਖੇਤਰ ਵਿੱਚ ਹੋਇਆ? ਖੇਤਰ ਸੀ ਇਹਦੇ ਤੱਟ 'ਤੇ ਸੀ ਜੀ, ਮਤਲਬ ਇਸ ਨਦੀ ਦਾ ਜਿਹੜਾ ਖੇਤਰ ਪੈਂਦਾ ਸੀ ਇਹਦੇ ਨੇੜੇ ਤੇੜੇ, ਉੱਥੇ ਇਹਦੀ ਸੱਭਿਅਤਾ ਦਾ ਵਿਕਾਸ ਹੋਇਆ, ਚੀਨ ਦੀ ਸੱਭਿਅਤਾ ਦਾ। ਹਵਾਓਂਗੋ ਨਦੀ। ਨੀਲ ਨਦੀ ਵਿੱਚ ਹਰ ਸਾਲ ਕਿਹੜੇ ਮਹੀਨੇ ਆਉਂਦਾ ਹੈਗਾ ਜੀ? ਵੈਰੀ ਇੰਪੋਰਟੈਂਟ ਆ ਜੀ, ਅਪ੍ਰੈਲ ਮਈ ਦੇ ਵਿੱਚ ਨੀਲ ਨਦੀ ਦੇ ਵਿੱਚ ਹਰ ਸਾਲ ਆ ਜਿਹੜਾ ਉਹ ਹੜ੍ਹ ਆਉਂਦਾ ਹੈ। ਜਿਹੜੀ ਹੈਗੀ ਆ ਵਿਸ਼ਵ ਦੀ ਸਭ ਤੋਂ ਲੰਬੀ ਨਦੀ ਹੈ ਨੀਲ ਨਦੀ। ਜੇ ਚੌੜੀ ਨਦੀ ਪੁੱਛਿਆ ਜਾਵੇ ਤਾਂ ਅਮੇਜ਼ਨ ਨਦੀ ਹੈ। ਜੇ ਭਾਰਤ ਦੀ ਲੰਬੀ ਨਦੀ ਪੁੱਛਿਆ ਜਾਵੇ ਤਾਂ ਗੰਗਾ ਜੀ। ਦੱਖਣੀ ਭਾਰਤ ਦੀ ਗੰਗਾ ਪੁੱਛਿਆ ਜਾਵੇ ਤਾਂ ਗੋਦਾਵਰੀ। ਆਰੀਆ ਦੀ ਕਿਹੜੀ ਪੁਸਤਕ ਵਿੱਚ 10 ਰਾਜਿਆਂ ਦੇ ਯੁੱਧ ਦਾ ਵਰਣਨ ਹੈ? ਵੈਰੀ ਇੰਪੋਰਟੈਂਟ ਹੈ। ਦਸਰਾਜ ਯੁੱਧ ਵੀ ਬੋਲਿਆ ਜਾਂਦਾ ਇਹਨੂੰ। 10 ਰਾਜਿਆਂ ਦੇ ਯੁੱਧ ਨੂੰ ਦਸਰਾਜ ਯੁੱਧ ਵੀ ਕਹਿੰਦੇ ਨੇ। ਆਰੀਆਂ ਦੀ ਕਿਹੜੀ ਪੁਸਤਕ ਸੀ ਜਿਹਦੇ ਵਿੱਚ ਇਹਦਾ ਵਰਣਨ ਕੀਤਾ ਗਿਆ ਸੀ? ਰਿਗਵੇਦ ਦੇ ਵਿੱਚ ਹੈ ਜੀ। ਈਰਾਨੀਆਂ ਦੀ ਧਾਰਮਿਕ ਪੁਸਤਕ ਕਿਹੜੀ ਹੈ ਜੀ? ਅਵੇਸਤਾ ਏ ਜੈਂਦ। ਈਰਾਨੀਆਂ ਦੀ ਧਾਰਮਿਕ ਪੁਸਤਕ ਅਵੇਸਤਾ ਏ ਜੈਂਦ। ਹਿਸਟਰੀ ਦੇ ਨਾਲ ਸੰਬੰਧਿਤ ਵੈਰੀ ਇੰਪੋਰਟੈਂਟ ਪ੍ਰਸ਼ਨ ਨੇ ਜੀ। ਚੰਦਰਗੁਪਤ ਮੌਰੀਆ ਦੇ ਗੁਰੂ ਅਤੇ ਸਲਾਹਕਾਰ ਦਾ ਨਾਂ ਦੱਸੋ? ਚਾਣਕਿਆ। ਕੌਟਲਿਆ ਵੀ ਕਿਹਾ ਜਾਂਦਾ ਸੀ, ਚਾਣਕਿਆ ਵੀ ਕਿਹਾ ਜਾਂਦਾ ਸੀ। ਉਹਦਾ ਨਾਂ ਚੰਦਰਗੁਪਤ ਮੌਰੀਆ ਦਾ ਇਹ ਗੁਰੂ ਸੀ। ਕਿਹੜੀ ਲਿਪੀ ਈਰਾਨੀਆਂ ਦੀ ਦੇਣ ਹੈ? ਖਰੋਸ਼ਟੀ ਜੀ। ਖਰੋਸ਼ਟੀ ਇਹ ਲਿਪੀ ਜਿਹੜੀ ਸੀਗੀ ਇਹ ਈਰਾਨੀਆਂ ਨੇ ਪੈਦਾ ਕੀਤੀ ਸੀ, ਈਰਾਨੀਆਂ ਦੀ ਦੇਣ ਸੀ ਖਰੋਸ਼ਟੀ ਲਿਪੀ। ਜਿਵੇਂ ਹੁਣ ਪੰਜਾਬ ਦੀ ਜਿਵੇਂ ਲਿਪੀ ਹੈ ਗੁਰਮੁਖੀ ਲਿਪੀ ਹੈਗੀ, ਗੁਰੂ ਅੰਗਦ ਦੇਵ ਜੀ ਦੁਆਰਾ ਇਹ ਦਾ ਸੰਕਲਨ ਕੀਤਾ ਗਿਆ। ਸੋ ਜਿਹੜੀ ਖਰੋਸ਼ਟੀ ਲਿਪੀ ਸੀ ਉਹ ਈਰਾਨੀਆਂ ਦੀ ਦੇਣ ਸੀ। ਭਾਰਤ ਮਹਾਤਮਾ ਬੁੱਧ ਅਤੇ ਮਹਾਂਵੀਰ ਦਾ ਸਮਾਕਾਲੀਨ ਕੌਣ ਸੀ? ਇਹ ਤਿੰਨਾਂ ਦਾ ਜਿਹੜਾ ਸਮਾਕਾਲੀਨ ਸੀ, ਇਹਨਾਂ ਦੇ ਨਾਲ ਸੀ, ਇਹਨਾਂ ਦੇ ਸਮੇਂ 'ਚ ਸੀ, ਉਹ ਸੀ ਕਨਫੂਸੀਅਸ। ਕਨਫੂਸੀਅਸ ਵੈਰੀ ਇੰਪੋਰਟੈਂਟ ਕਰੈਕਟਰ ਹੈ ਜੀ। ਖਰਿੰਜ ਤੇਲ ਨੂੰ ਕਿਹਾ ਜਾਂਦਾ ਜੀ ਤਰਲ ਸੋਨਾ। ਖਰਿੰਜ ਤੇਲ ਨੂੰ ਤਰਲ ਸੋਨਾ ਕਿਹਾ ਜਾਂਦਾ। ਪੈਟਰੋਲੀਅਮ ਨੂੰ ਵੀ ਤਰਲ ਸੋਨਾ ਕਿਹਾ ਜਾਂਦਾ। ਕਈ ਵਾਰ ਅਲੱਗ-ਅਲੱਗ ਇਹ ਲਿਖੇ ਹੁੰਦੇ, ਤੁਸੀਂ ਆਪਸ਼ਨ ਦੇ ਮੁਤਾਬਕ ਪ੍ਰਸ਼ਨ ਨੂੰ ਠੀਕ ਕਰਨਾ। ਪੈਟਰੋਲੀਅਮ ਨੂੰ ਵੀ ਤਰਲ ਸੋਨਾ ਕਹਿ ਦਿੱਤਾ ਜਾਂਦਾ। ਸੋ ਇੱਥੇ ਖਣਿਜ ਸੀ ਪੁੱਛਿਆ ਗਿਆ ਸੀ, ਖਣਿਜ ਨੂੰ ਵੀ ਤਰਲ ਸੋਨਾ ਕਿਹਾ ਜਾਂਦਾ, ਖਣਿਜ ਤੇਲ ਨੂੰ। ਭੂ ਮੱਧ ਰੇਖਾ ਉੱਪਰ ਮਿਲਦੇ ਹਨ ਸਦਾ ਬਹਾਰ ਰੁੱਖ ਜੀ। ਵੈਰੀ ਇੰਪੋਰਟੈਂਟ ਗੱਲ ਹੈ ਜੀ।
ਭੂ ਮੱਧ ਰੇਖਾ ਮਤਲਬ ਦੁਨੀਆ ਨੂੰ ਦੋ ਭਾਗਾਂ ਵਿੱਚ ਵੰਡਦੀ ਆ, ਇਹ ਭੂ ਮੱਧ ਰੇਖਾ ਆ ਗਈ। ਇੱਥੇ ਮਤਲਬ 5 ਡਿਗਰੀ ਭੂ ਮੱਧ ਰੇਖਾ ਦੇ ਨੇੜੇ ਦੱਖਣ 'ਚ ਵੀ, ਭੂ ਮੱਧ ਰੇਖਾ ਦੇ ਦੱਖਣ 'ਚ ਵੀ ਅਤੇ ਉੱਤਰ 'ਚ ਵੀ। ਇਹ ਮਤਲਬ ਇੱਥੇ ਨਾ ਮੀਂਹ ਜ਼ਿਆਦਾ ਪੈਂਦਾ ਰਹਿੰਦਾ, ਗਰਮੈਸ਼ ਵੱਧ ਹੁੰਦੀ ਹੈ ਇਸ ਸਥਾਨ 'ਤੇ ਭੂ ਮੱਧ ਰੇਖਾ ਦੇ। ਇੱਥੇ ਇੰਨੀ ਜ਼ਿਆਦਾ ਗਰਮੈਸ਼ ਹੁੰਦੀ ਹੈ ਵੀ ਮਤਲਬ ਗੈਸ ਬਣਦਾ ਰਹਿੰਦਾ ਅਤੇ ਮੀਂਹ ਜ਼ਿਆਦਾ ਆਉਂਦਾ ਰਹਿੰਦਾ, ਅਤੇ ਲੰਮੇ ਉੱਚੇ ਸਦਾਬਹਾਰ ਜਿਹੜੇ ਹੈਗੇ ਆ ਦਰਖਤ ਮਿਲਦੇ ਨੇ ਜੀ ਇੱਥੇ। ਟੁੰਡਰਾ ਖੰਡ ਵਿੱਚ ਆਵਾਜਾਈ ਲਈ ਵਰਤਿਆ ਜਾਂਦਾ ਹੈ ਰੇਡੀਅਰ ਵਰਤਿਆ ਜਾਂਦਾ ਜੀ। ਟੁੰਡਰਾ ਖੰਡ ਵਿੱਚ ਆਵਾਜਾਈ ਲਈ ਵਰਤਿਆ ਜਾਂਦਾ ਹੈ ਰੇਡੀਅਰ। ਭਾਰਤ ਦਾ ਜੀਟੀ ਰੋਡ ਜਾਂਦਾ ਹੈ ਕਿੱਥੋਂ ਤੋਂ ਕਿੱਥੋਂ ਤੱਕ ਦੀ ਗੱਲ ਹੈ ਇਹ। ਭਾਰਤ ਦਾ ਜੀਟੀ ਰੋਡ ਆ ਜਿਹੜਾ, ਉਹਦੀ ਲੰਬਾਈ ਉਹ ਕਿੱਥੇ ਤੱਕ ਹੈ? ਕਲਕੱਤਾ ਤੋਂ ਅੰਮ੍ਰਿਤਸਰ ਤੱਕ ਜੀਟੀ ਰੋਡ। ਅੰਗੋਰਾ ਨਸਲ ਦੀ ਬੱਕਰੀ ਪਾਲੀ ਜਾਂਦੀ ਹੈ ਤੁਰਕੀਆਂ ਦੁਆਰਾ ਜੀ। ਤੁਰਕੀਆਂ ਦੇ ਜਿਹੜਾ ਹੈਗਾ ਬੱਕਰੀਆਂ ਪਾਲਣ ਦਾ ਰੁਝਾਨ, ਉਸ ਬੱਕਰੀ ਦੀ ਜਿਹੜੀ ਨਸਲ ਹੈ ਉਹ ਹੈ ਅੰਗੋਰਾ। ਇਹ ਸਾਰੇ ਪ੍ਰਸ਼ਨ ਆਏ ਹੋਏ ਆ ਜੀ ਪੇਪਰਾਂ ਦੇ ਵਿੱਚ, ਕਿਸੇ ਨਾ ਕਿਸੇ ਵੀ ਪੇਪਰ ਦੇ ਵਿੱਚ ਇਹ ਪ੍ਰਸ਼ਨ ਆਏ ਹੋਏ ਆ। ਸੰਸਾਰ ਦੀ ਸੱਤ ਕਿਹਾ ਜਾਂਦਾ ਹੈ ਪਾਮੀਰ ਨੂੰ। ਪਾਮੀਰ ਨੂੰ ਸੰਸਾਰ ਦੀ ਸੱਤ ਵਜੋਂ ਜਾਣਿਆ ਜਾਂਦਾ ਹੈ। ਉਬ ਅਤੇ ਲੀਨ ਨਦੀਆਂ ਹਨ ਉੱਤਰੀ ਏਸ਼ੀਆ ਦੀਆਂ। ਏਸ਼ੀਆ ਦੀਆਂ ਨਦੀਆਂ ਨੇ ਇਹ ਦੋਨੇ, ਹੈਗੀਆਂ ਇਹ ਉੱਤਰੀ ਏਸ਼ੀਆ ਦੀਆਂ, ਉਬ ਅਤੇ ਲੀਨ। ਏਸ਼ੀਆ ਦਾ ਸਭ ਤੋਂ ਗਰਮ ਸਥਾਨ, ਵੈਰੀ ਇੰਪੋਰਟੈਂਟ ਹੈ ਜੀ, ਜੈਕਬਾਬਾਦ। ਏਸ਼ੀਆ ਦਾ ਸਭ ਤੋਂ ਗਰਮ ਸਥਾਨ ਹੈ ਜੀ। ਜੇਕਰ ਮਤਲਬ ਦੁਨੀਆ ਦਾ ਸਭ ਤੋਂ ਗਰਮ ਸਥਾਨ ਕੱਢਣਾ ਹੋਵੇ, ਅਲਜੀਰੀਆ ਅਫਰੀਕਾ ਮਹਾਦੀਪ ਦਾ। ਵੈਸੇ ਵੀ ਅਫਰੀਕਾ ਮਹਾਦੀਪ ਨੂੰ ਗਰਮ ਜਿਹੜਾ ਮਹਾਦੀਪ ਬੋਲਿਆ ਜਾਂਦਾ। ਫਿਰ ਅਫਰੀਕਾ ਮਹਾਦੀਪ ਨੂੰ ਗਰਮ ਬੋਲਿਆ ਜਾਂਦਾ ਤਾਂ ਉਹਦੇ ਵਿੱਚ ਹੀ ਸਭ ਤੋਂ ਵੱਧ ਗਰਮ ਸਥਾਨ ਮਿਲਦਾ ਅਲਜੀਰੀਆ। ਅਲਜੀਰੀਆ ਦੇ ਸਥਾਨ 'ਤੇ ਹੀ ਸਭ ਤੋਂ ਵੱਧ ਗਰਮੀ ਪੈਂਦੀ ਹੈ। ਜੇ ਏਸ਼ੀਆ ਦਾ ਪੁੱਛਿਆ ਜਾਵੇ ਤਾਂ ਜੈਕਬਾਬਾਦ। 20 ਨੰਬਰ ਦੇਖਦੇ ਹਾਂ ਜੀ, ਸੰਸਾਰ ਦੀ ਸਭ ਤੋਂ ਨੀਵੀਂ ਝੀਲ ਮ੍ਰਿਤ ਸਾਗਰ। ਮ੍ਰਿਤ ਸਾਗਰ ਸੰਸਾਰ ਦੀ ਸਭ ਤੋਂ ਨੀਵੀਂ ਝੀਲ ਹੈ ਜੀ। ਸੰਸਾਰ ਦੀ ਸਭ ਤੋਂ ਡੂੰਘੀ ਝੀਲ ਕਿਹੜੀ ਹੈ? ਬੇਕਾਲ ਝੀਲ। ਬੇਕਾਲ ਝੀਲ ਵੈਰੀ ਇੰਪੋਰਟੈਂਟ ਹੈ ਜੀ, ਝੀਲਾਂ ਦੇ ਨਾਲ ਸੰਬੰਧਿਤ ਤੁਸੀਂ ਇਹ ਕਵਰ ਕਰ ਲੈਣਾ। ਬੇਕਾਲ ਝੀਲ ਸੰਸਾਰ ਦੀ ਸਭ ਤੋਂ ਡੂੰਘੀ ਝੀਲ। ਪੰਪਾਸ ਘਾਹ ਦੇ ਮੈਦਾਨ ਦੱਖਣੀ ਅਮਰੀਕਾ ਵਿੱਚ ਕਿਸ ਥਾਂ 'ਤੇ ਮਿਲਦੇ ਨੇ? ਅਰਜਨਟੀਨਾ ਦੇ ਸਥਾਨ 'ਤੇ ਮਿਲਦੇ ਨੇ ਜੀ ਇਹ। ਇੱਕ ਗੱਲ ਇੱਥੋਂ ਕਲੀਅਰ ਹੋ ਗਈ ਵੀ ਦੱਖਣੀ ਅਮਰੀਕਾ ਦੇ ਵਿੱਚ ਕਿਹੜੇ ਘਾਹ ਦੇ ਮੈਦਾਨ ਨੇ? ਪੰਪਾਸ। ਸੋ ਉਹਨਾਂ ਦਾ ਮੁੱਖ ਸਥਾਨ ਕੀ ਹੈਗਾ? ਅਰਜਨਟੀਨਾ। ਐਟਾਕਾਮਾ ਮਾਰੂਥਲ ਜੀ ਉੱਤਰੀ ਚਿਲੀ ਵਿੱਚ ਹੈ ਜੀ। ਚਿਲੀ ਦਾ ਮਾਰੂਥਲ ਵੀ ਬੋਲਿਆ ਜਾਂਦਾ ਐਟਾਕਾਮਾ ਮਾਰੂਥਲ ਨੂੰ, ਉੱਤਰੀ ਚਿਲੀ ਵਿੱਚ। ਸਵਾਨਾ ਘਾਹ ਦੇ ਮੈਦਾਨ ਪਾਰਕਲੈਂਡ ਦੇ ਵਿੱਚ। ਪਾਰਕਲੈਂਡ ਦੇ ਵਿੱਚ ਸਵਾਨਾ ਘਾਹ ਦੇ ਮੈਦਾਨ ਨੇ ਜੀ। ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ? ਕਿਲੀਮੰਜਾਰੋ। ਅਫਰੀਕਾ ਮਹਾਦੀਪ ਦੀ ਪੁੱਛਿਆ ਜੀ ਸਪੈਸ਼ਲ, ਅਫਰੀਕਾ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ। ਜੇਕਰ ਨਾ ਉਹ ਪੁੱਛ ਲੈਂਦੇ ਆ ਵੀ ਸੰਸਾਰ ਦੀ ਸਭ ਤੋਂ ਉੱਚੀ ਚੋਟੀ, ਉਹ ਮਾਊਂਟ ਐਵਰੈਸਟ ਹੈ, ਪਰ ਉਹ ਏਸ਼ੀਆ ਦੇ ਵਿੱਚ ਆ ਜਾਂਦੀ ਆ। ਉਹ ਜੇਕਰ ਉਹਨੂੰ ਸਿੰਗਲ ਮਤਲਬ ਮਹਾਦੀਪ ਦੇ ਤੌਰ 'ਤੇ ਪੁੱਛਿਆ ਜਾਵੇ ਤਾਂ ਏਸ਼ੀਆ ਦੇ ਵਿੱਚ ਸਭ ਤੋਂ ਉੱਚੀ ਚੋਟੀ ਆ ਜਾਂਦੀ ਹੈ, ਉਹ ਦੁਨੀਆ ਦੀ ਉੱਚੀ ਚੋਟੀ ਵੀ ਬਣ ਜਾਂਦੀ ਹੈ। ਜੇ ਅਫਰੀਕਾ ਦੀ ਉੱਚੀ ਚੋਟੀ ਪੁੱਛਿਆ ਜਾਵੇ ਤਾਂ ਕਿਲੀਮੰਜਾਰੋ। ਸਵਾਨਾ ਘਾਹ ਦੇ ਮੈਦਾਨ ਦਾ ਦੂਜਾ ਨਾਂ ਪਾਰਕਲੈਂਡ, ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਜੀ ਇਹ। 27 ਨੰਬਰ, ਆਸਟ੍ਰੇਲੀਆ ਮਹਾਦੀਪ ਦਾ ਸਭ ਤੋਂ ਵੱਡਾ ਸ਼ਹਿਰ, ਵੈਰੀ ਇੰਪੋਰਟੈਂਟ ਆ ਜੀ, ਸਿਡਨੀ। ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਹੜਾ ਉਹ ਸਿਡਨੀ ਹੈ ਜੀ। ਅਧੋ ਮੰਡਲ ਦਾ ਦੂਜਾ ਨਾਂ? ਅਸ਼ਾਂਤ ਮੰਡਲ। ਅਸ਼ਾਂਤ ਮੰਡਲ ਨੂੰ ਹੀ ਅਧੋ ਮੰਡਲ ਬੋਲਿਆ ਜਾਂਦਾ ਹੈ। ਵੈਸੇ ਇਹ ਅਸ਼ਾਂਤ ਮੰਡਲ ਹੀ ਲਿਖਿਆ ਹੁੰਦਾ ਜ਼ਿਆਦਾਤਰ, ਕਈ ਵਾਰ ਪ੍ਰਸ਼ਨ ਪੁੱਛ ਲਿਆ ਜਾਂਦਾ ਵੀ ਅਧੋ ਮੰਡਲ ਕੀ ਹੈ? ਅਸ਼ਾਂਤ ਮੰਡਲ ਨੂੰ ਹੀ ਬੋਲਿਆ ਜਾਂਦਾ ਜੀ। ਹੀਰਾਕੁੰਡ ਕਿਸ ਨਦੀ ਉੱਪਰ ਬਣਿਆ ਹੋਇਆ? ਸੋ ਹੀਰਾਕੁੰਡ ਬੰਨ੍ਹ ਹੈ ਜਿਹੜਾ ਉਹ ਕਿਹੜੀ ਨਦੀ 'ਤੇ ਬਣਿਆ ਜੀ? ਮਹਾਨਦੀ 'ਤੇ। 30 ਨੰਬਰ ਪ੍ਰਸ਼ਨ ਦੋਸਤੋ, ਆਖਰੀ ਪ੍ਰਸ਼ਨ ਹੈ ਅੱਜ ਦੀ ਵੀਡੀਓ ਦਾ। ਹੀਰਾਕੁੰਡ ਬੰਨ੍ਹ ਦੀ ਲੰਬਾਈ ਕਿੰਨੀ ਹੈ? ਸੋ ਜਿਹੜਾ ਹੀਰਾਕੁੰਡ ਬੰਨ੍ਹ ਬਣਿਆ ਉਹ ਮਹਾਨਦੀ 'ਤੇ ਬਣਿਆ। ਇਹਦੀ ਜਿਹੜੀ ਲੰਬਾਈ ਹੈ 4801.2 ਮੀਟਰ ਹੈ ਜੀ, ਇਹਦੀ ਲੰਬਾਈ, ਹੀਰਾਕੁੰਡ ਬੰਨ੍ਹ ਦੀ ਲੰਬਾਈ। ਸੋ ਦੋਸਤੋ ਇਹ ਸੀ ਵਨ ਲਾਈਨਰ ਪ੍ਰਸ਼ਨ ਜੀਕੇ ਦੇ ਨਾਲ ਸੰਬੰਧਿਤ। ਵੀਡੀਓ ਨੂੰ ਸ਼ੇਅਰ ਕਰ ਦਿਓ। ਜੇ ਸਾਥੀਆਂ ਨੇ ਆਪਣੇ WhatsApp ਗਰੁੱਪ ਦੇ ਵਿੱਚ ਜੁਆਇਨ ਕਰਨਾ, ਫੋਨ ਕਰ ਸਕਦੇ ਹੋ ਜੀ 88 474 77 007 'ਤੇ। ਜੇ ਆਂਗਨਵਾੜੀ ਸੁਪਰਵਾਈਜ਼ਰ ਜਿਹੜੇ ਕੈਂਡੀਡੇਟ ਅਪਲਾਈ ਕੀਤਾ ਉਹਨਾਂ ਨੇ ਨੋਟਸ ਪ੍ਰਾਪਤ ਕਰਨੇ ਆ ਤਾਂ ਇਸੇ ਨੰਬਰ 'ਤੇ ਤੁਸੀਂ ਫ਼ੋਨ ਵੀ ਕਰ ਸਕਦੇ ਹੋ।
ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।